अस्सलाम वालेकुम जी। ਅਸੀਂ ਇੱਕ ਭੈਣ ਦੇ ਘਰ ਆਏ ਆ ਕਿ ਜਿਹੜੀ ਇਸ ਟਾਈਮ ਬਹੁਤ ਹੀ ਪਰੇਸ਼ਾਨ ਔਰ ਦੁੱਖ ਦੀ ਹਾਲਤ ਦੇ ਵਿੱਚ ਹੈ। ਔਰ ਅਸੀਂ ਇਹ ਭੈਣ ਦੇ ਨਾਲ ਗੱਲ ਜਦੋਂ ਕੀਤੀ ਸੀ ਤੇ ਸਾਨੂੰ ਬਹੁਤ ਹੀ ਜਿਹੜਾ ਨਾ ਖੁਦ ਨੂੰ ਵੀ ਦਿਲੀ ਟੈਨਸ਼ਨ ਹੋਈ ਸੀ। ਤੇ ਅਸੀਂ ਇਸ ਭੈਣ ਦੇ ਕੋਲ ਆਏ ਆ ਤੇ ਇਹਨਾਂ ਦੀ ਜ਼ੁਬਾਨੀ ਸੁਣਿਆ ਕਿ ਕੀ ਇਹਨਾਂ ਦੇ ਨਾਲ ਪਰੇਸ਼ਾਨੀ ਕੀ ਮਸਲੇ ਨੇ। अस्सलाम वालेकुम बाजी। वालेकुम सलाम। ਕੀ ਹਾਲ ਹੈ, ਠੀਕ ਹੋ? ਹਾਂਜੀ ठीक। ਅੱਛਾ ਨਾ ਪਹਿਲਾਂ ਮੈਂ ਤੁਹਾਨੂੰ ਮਾਈਕ ਲਗਾ ਦਾਂ ਤਾਂ ਕਿ ਤੁਹਾਡੀ ਆਵਾਜ਼ ਜਾਂ ਫਿਰ ਤੁਸੀਂ ਹੱਥ 'ਚ ਪਕੜੋ। ਠੀਕ ਹੈ। ऐसा करना। ਹਾਂਜੀ, ਬਸ ਠੀਕ ਹੈ, ਮਿਹਰਬਾਨੀ। ਅੱਛਾ, ਮੈਂ ਤੁਹਾਨੂੰ ਪੁੱਛਿਆ ਸੀ ਕਿ ਤੁਸੀਂ ਕੰਮ ਤੋਂ ਆ ਰਹੇ ਸੋ हाँ ਤੇ जी। ਤੁਸੀਂ ਘਰਾਂ ਦਾ ਕੰਮ ਕਰਦੇ ਹੋ? हाँ जी काम कर दे। ਕਿੰਨੇ ਕੁ ਘਰਾਂ ਦਾ ਕੰਮ ਕਰ ਲੈਂਦੇ? तीन घराना काम कर दे। ਹੂੰ, ਤਿੰਨ ਘਰਾਂ ਦਾ ਕੰਮ ਕਰਦੇ ਹੋ ਤੇ ਅੱਛਾ ਖਾਸਾ ਗੁਜ਼ਾਰਾ ਹੋ ਜਾਂਦਾ ਹੈ ਸੈਲਰੀ ਦੇ नहीं ਨਾਲ? बहुत मुश्किल होंदा वा। ਕਿੰਨੀ ਕੁ ਸੈਲਰੀ ਬਾਜੀ ਦੀ? 3-3 हज़ार ਦਿੰਦੇ ਸਾਰੇ। 3-3 ਹਜ਼ਾਰ? हाँ जी। ਤੇ 10-10 3 ਹਜ਼ਾਰ ਦੇ ਮਰਲੇ ਨਾਲ ਦਾ ਘਰ ਹੁੰਦਾ ਉਹਨਾਂ ਦਾ 3-3 ਹਜ਼ਾਰ ਦਿੰਦੇ ਆ। ਓਏ, ਯਾਨੀ ਕਿ ਏਡੇ ਏਡੇ ਵੱਡੇ ਕਾਰ ਨੇ हाँ ਤੇ जी। 3000 ਰੁਪਇਆ ਜਿਹੜਾ ਨਾ ਇਹਨਾਂ ਨੂੰ ਸਫਾਈ ਦਾ ਮਿਲਦਾ ਹੈ हाँ ਤੇ जी। ਸਿਰਫ ਸਫਾਈ ਦਾ ਹੀ ਕੰਮ ਕਰਦੇ ਹੋ? हाँ जी सिर्फ सफाई ਦਾ ਕਰਦੇ ਆ। ਬੱਚੇ ਕਿੰਨੇ ਮੇਰੀ ਭੈਣ ਦੇ? ਮੇਰੇ ਬੱਚੇ ਮਾਸ਼ਾਅੱਲਾ ਦੋ ਬੇਟੀਆਂ ਦੀ ਸ਼ਾਦੀ ਹੋਈ ਆ, ਇੱਕ ਅੱਛਾ ਬੇਟੇ ਦੀ ਸ਼ਾਦੀ ਹੋਈ ਆ। ਅੱਛਾ ਹਾਂਜੀ। ਦੋ ਬੇਟੇ ਪੜ੍ਹਦੇ ਆ 10 ਵਿੱਚ। ਅੱਛਾ, ਹਾਂਜੀ। ਠੀਕ ਤੇ ਹੋਰ ਬੇਟੀਆਂ? ਦੋ ਬੇਟੀਆਂ ਮੇਰੀਆਂ ਜਵਾਨ ਨੇ ਹੂੰ, ਤੇ ਇੱਕ ਬੇਟੀ ਜਿਹੜੀ ਆ ਛੋਟੀ ਆ। ਅੱਛਾ ਅੱਛਾ, ਹਾਂਜੀ। ਸਹੀ। ਤੇ ਤੁਹਾਡੇ ਮੀਆਂ ਕੀ ਕਰਦੇ ਨੇ? ਉਹ ਸਮਝਦੂਰ ਆ। ਭੱਠੇ ਤੇ ਮਜ਼ਦੂਰੀ ਕਰਦੇ ਨੇ? ਹਾਂਜੀ। ਅੱਛਾ, ਤੁਸੀਂ ਆ ਵੇਖ ਸਕਦੇ ਹੋ ਘਰ ਦੇ ਹਾਲਾਤ ਵੀ। ਤੇ ਭਾਈ ਨੇ ਤੁਹਾਨੂੰ ਕਦੀ ਇਹ ਨਹੀਂ ਕਿਹਾ ਕਿ ਮੈਂ ਕੰਮ ਕਰਨਾ ਤੇ ਤੂੰ ਘਰ ਸੰਭਾਲ ਆਪਣਾ? ਨਹੀਂ ਬਹੁਤ ਲੜਾਈ ਝਗੜਾ ਰੱਖਦਾ ਵਾ ਬਹੁਤ ਜ਼ਿਆਦਾ। ਤੁਹਾਨੂੰ ਮਾਰਦਾ ਵੀ ਨਹੀਂ? ਹਾਂਜੀ। ਤੇ ਮਾਰਦਾ ਕਿਉਂ ਗੇ? ਕਿਤੇ ਤੁਸੀਂ ਬਾਹਰ ਸਾਰਾ ਦਿਨ ਆਪਣੀਆਂ ਹੱਡੀਆਂ ਰੋਲਦੇ ਹੋ, ਜਿਸ ਤਰ੍ਹਾਂ ਮੈਂ ਵੇਖਿਆ ਕਿ ਤੁਸੀਂ ਆਪਣੀ ਜਵਾਨ ਬੇਟੀ ਨੂੰ ਲੈ ਕੇ ਤੇ ਹੁਣ ਤੁਸੀਂ ਕੰਮ ਤੋਂ ਆਣ ਡਏ ਸੋ, ਤੇ ਹਾਂਜੀ ਮਾਰਦਾ ਕਿਉਂ ਹੈ? ਬਸ ਘਰ ਤੇ ਲੜਾਈ ਝਗੜਾ ਕਰਦੇ। ਇਹਨਾਂ ਤੋਂ ਗੁਰਬਤ ਦੀ ਵਜ੍ਹਾ ਤੋਂ, ਪੈਸਿਆਂ ਤੋਂ? ਹਾਂਜੀ ਪੈਸਿਆਂ ਤੋਂ ਕੁਛ ਇਸ ਤਰ੍ਹਾਂ ਹੀ। ਕੋਈ ਨਸ਼ਾ ਨੁਸ਼ਾ ਤੇ ਨਹੀਂ ਕਰਦੇ? ਨਹੀਂ ਨਸ਼ਾ ਨਹੀਂ ਕਰਦੇ। ਤੇ ਫਿਰ ਕਿਉਂ ਲੜਾਈ ਕਰਦੇ? ਕੋਈ ਬਾਹਰ ਤੇ ਨਹੀਂ ਉਹਨਾਂ ਨੇ ਕੋਈ ਰੱਖੀ ਹੋਈ, ਕੋਈ ਅਫੇਅਰ ਤੇ ਨਹੀਂ ਚੱਲ ਰਿਹਾ? ਨਹੀਂ ਇਹ ਨਹੀਂ ਮੈਨੂੰ ਪਤਾ ਹੈ। ਬੰਦੇ ਤੇ ਦੋ ਸੂਰਤ ਦੇ ਵਿੱਚ ਹੀ ਲੜਦੇ ਨੇ, ਜਾਂ ਤੇ ਕੋਈ ਬਾਹਰ ਕੋਈ ਆਸਰਾ ਹੁੰਦਾ ਤਦ ਲੜਦੇ ਨੇ, ਤੇ ਜਾਂ ਫਿਰ ਨਸ਼ਾ ਕਰਦੇ ਨੇ ਤੇ ਉਹਨਾਂ ਦੀ ਕੋਈ ਜ਼ਰੂਰਤ ਪੂਰੀ ਨਾ ਹੋਏ, ਉਹਨਾਂ ਨੂੰ ਪੈਸੇ ਨਾ ਮਿਲਣ ਤੇ। ਨਹੀਂ ਨਸ਼ਾ ਨਹੀਂ ਕਰਦੇ। ਹੂੰ। ਤੇ ਪਤਾ ਨਹੀਂ ਮੈਨੂੰ ਤੇ ਖਰਚਾ ਨਹੀਂ ਦਿੰਦੇ ਹੈ। ਮੈਂ ਤਾਂ ਆਪਣਾ ਘਰ ਦਾ ਆਪ ਹੀ ਸਾਰਾ ਕਰਦੀ ਹਾਂ। ਬੱਚੀ ਨੂੰ ਨਾਲ ਲੈ ਕੇ ਜਾਂਦੀ ਹਾਂ, ਇੱਕ ਸਿਲਾਈ ਸਿੱਖਦੀ ਹੈ ਅੱਛਾ। ਤੇ ਇੱਕ ਮੇਰੇ ਨਾਲ ਹੁੰਦੀ ਹੈ। ਹੂੰ ਹਾਂਜੀ ਮੈਂ ਆ ਵੀ ਬਿਮਾਰ ਰਹਿੰਦੀ ਆ। ਹੂੰ, ਜ਼ਾਹਿਰ ਏ ਇੱਕ ਤੇ ਉਹਨਾਂ ਤੇ ਜ਼ੁਲਮ ਕਰਦੇ ਨੇ, ਇਹਨਾਂ ਦਾ ਹਸਬੈਂਡ ਇਹਨਾਂ ਤੇ ਜ਼ੁਲਮ ਕਰਦਾ ਹੈ, ਦੂਸਰਾ ਵਿਚਾਰੀ ਸਾਰਾ ਦਿਨ ਨਿਕਲਦੀ ਏ। ਇਹ ਹੁਣ ਅਫਤਾਰੀ ਤੋਂ ਥੋੜੀ ਦੇਰ ਪਹਿਲਾਂ ਜਿਹੜੀ ਉਹ ਘਰ ਆਈ ਏ, ਔਰ ਜਵਾਨ ਬੱਚੀ ਨੇ ਰੋਜ਼ਾ ਰੱਖਿਆ, ਔਰ ਉਹ ਵੀ ਆਪਣੀ ਮਾਂ ਦੇ ਨਾਲ ਕੰਮ ਤੋਂ ਹੁਣ ਆ ਰਹੀ ਸੀ। ਹਾਂਜੀ। ਔਰ ਆਹ ਵੇਖੋ ਤੁਸੀਂ ਘਰ ਦੇ ਹਾਲਾਤ, ਤੇ ਕੋਈ ਗੈਸ ਗੂਸ ਵਾਲਾ ਚੁੱਲ੍ਹਾ ਕੋਈ ਨਹੀਂ ਕਿ ਤੁਸੀਂ ਨਹੀਂ ਗੈਸ ਇਸਤੇਮਾਲ ਕਰ ਸਕੋ? ਨਹੀਂ ਬਾਲਣ ਨਹੀਂ ਲਿਆਈਦਾ ਵਾ। ਬਾਲਣ ਲਿਆਂਦੇ ਆ ਹਾਂਜੀ। ਤੇ ਆਹ ਕੱਖ ਕੁੱਖ ਪਏ ਨੇ ਤੇ ਇਹਨਾਂ ਦੇ ਨਾਲ ਗੁਜ਼ਾਰਾ ਕਰਦੇ। ਹਾਂਜੀ। ਘਰ ਆਪਣਾ ਬੱਚੀ? ਹਾਂਜੀ ਘਰ ਆ। ਘਰ ਆਪਣਾ ਹੈ, ਲੇਕਿਨ ਘਰ ਦਾ ਤੁਸੀਂ ਹਾਲ ਵੇਖ ਲਓ ਕਿ ਘਰ ਦਾ ਹਾਲ ਕੀ ਹੈ। ਬਹੁਤ ਹੀ ਮੈਨੂੰ ਦੁੱਖ ਹੋਇਆ ਸੀ ਇਸ ਭੈਣ ਦੀ ਗੱਲਬਾਤ ਸੁਣ ਕੇ, ਜਿਸ ਤਰ੍ਹਾਂ ਕਿ ਇਹਨਾਂ ਨੇ ਆਪਣੀਆਂ ਪਰੇਸ਼ਾਨੀਆਂ ਦੱਸੀਆਂ। ਹੁਣ ਜਿਸ ਤਰ੍ਹਾਂ ਕਿ ਹੁਣ ਈਦ ਆ ਰਹੀ, ਅੱਛਾ ਮੈਨੂੰ ਸਭ ਨਾਲ ਪਹਿਲਾਂ ਤੁਸੀਂ ਇਹ ਦੱਸੋ ਕਿ ਜਿਨ੍ਹਾਂ ਦੇ ਘਰਾਂ 'ਚ ਤੁਸੀਂ ਕੰਮ ਕਰਦੇ ਹੋ ਤੇ ਹਾਂਜੀ। ਬੜੇ ਸਖੀ ਦਿਲ ਹੋਣਗੇ ਉਹ ਤੇ? ਨਹੀਂ ਉਹ ਨਹੀਂ ਕੁਛ ਵੀ ਦਿੰਦੇ ਆ। ਕਿਉਂ? ਉਹਨਾਂ ਕੋਲ ਮੈਂ ਅੱਜ ਪੈਸੇ ਮੰਗੇ, ਮੈਂ ਕਿਹਾ ਮੈਨੂੰ ਪੈਸੇ ਦੇ ਦਿਓ, ਮੈਂ ਬੱਚਿਆਂ ਦੇ ਕੱਪੜੇ ਬਣਾਉਣੇ। ਉਹਨਾਂ ਨੇ ਕਿਹਾ ਸਾਡੇ ਕੋਲ ਨਹੀਂ ਹੈ। ਓਏ ਹੋਏ, ਨਹੀਂ ਮੈਂ ਤਾਂ ਸੁਣਿਆ ਜਿਹੜੀਆਂ ਘਰਾਂ 'ਚ ਕੰਮ ਕਰਦੀਆਂ ਉਹਨਾਂ ਨੂੰ ਉਹ ਬੜੀ ਹੈਲਪ ਕਰਦੇ ਨੇ। ਨਹੀਂ ਮੇਰੀ ਤਾਂ ਜਿਹਨਾਂ ਕਿਸੇ ਨੇ ਹੈਲਪ ਨਹੀਂ ਕੀਤੀ ਹੈ। ਮੈਂ ਸਭ ਰਾਸ਼ਨ ਰੂਸ਼ਨ ਵੀ ਨਹੀਂ ਰਮਜ਼ਾਨ 'ਚ ਦਿੰਦੇ? ਇੱਕ ਘਰ ਨੇ ਸਿਰਫ ਕੀਤਾ, ਹੋਰ ਦੂਸਰੇ ਘਰਾਂ ਨੇ ਨਹੀਂ। ਸਿਰਫ ਇੱਕ ਘਰ ਨੇ ਕੀਤਾ। ਤੇ ਉਹੀ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਕਿ ਗਰੀਬ ਨੇ ਬਾਕੀ ਟਾਈਮ ਵੀ ਖਾਣਾ ਹੁੰਦਾ ਹੈ। ਜੇ ਉਹਨਾਂ ਨੇ ਇੱਕ ਦਫਾ ਦੇ ਦਿੱਤਾ ਹੈ ਤੇ ਉਹਨਾਂ ਨੇ ਦੁਬਾਰਾ ਪੁੱਛਿਆ ਵੀ ਨਹੀਂ ਹੋਣਾ ਕਿ ਬੀਬੀ ਹੋਰ ਵੀ ਤੇਰੇ ਕੋਲ ਚੀਜ਼ ਦੀ ਕਿਸੇ ਦੀ ਜ਼ਰੂਰਤ ਹੈ ਜਾਂ ਨਹੀਂ, ਕੋਈ ਰੁਪਏ ਪੈਸੇ ਦੀ ਜਾਂ ਕੋਈ ਉਹੀ ਮੈਂ ਖਾਣ ਪੀਣ ਤਨਖਾਹ ਦੀ। ਚ ਹੀ ਮੰਗੇ ਸੀ ਅੱਜ ਪੈਸੇ, ਤੇ ਉਹ ਵੀ ਕਿਸੇ ਨੇ ਨਹੀਂ ਦਿੱਤੇ ਮੈਨੂੰ। ਕਿਸੇ ਨੇ ਵੀ ਨਹੀਂ ਦਿੱਤੇ। ਕਿੰਨਾ ਘਰਾਂ ਚ ਪੁੱਛਿਆ। ਦਵਾਈ ਲਿਆਣੀ ਸੀ ਆਪਣੀ? ਹਾਂਜੀ ਮੇਰੇ ਥੋੜਾ ਨਿਕਲਿਆ ਹੋਇਆ ਵਾ, ਇਸ ਕਰਕੇ ਨਾਲੇ ਮੇਰੇ ਦੀ ਮਰੀਜ਼ ਆ। ਮੈਂ ਫੋੜਾ ਕਿੱਥੇ ਦਵਾਈ ਨਿਕਲਿਆ ਤੁਹਾਡੇ? ਮੇਰੇ ਲੱਤ ਤੇ ਨਿਕਲਿਆ। ਲੱਤ ਤੇ ਫੋੜਾ ਨਿਕਲਿਆ ਤੇ ਇਸੇ ਹਾਲਤ 'ਚ ਤੁਸੀਂ ਕੰਮ ਕਰਦੇ ਹੋ ਹਾਂਜੀ ਸਾਰਾ? ਮੈਂ ਝਾੜੂ ਲਗਾ ਕੇ ਬਾਥਰੂਮ ਧੋਣੀ ਆ ਤੇ ਫਿਰ ਪੋਚਾ ਲਗਾ ਲੈਂਦੀ। ਬੇਟੀ ਪੋਚੀਆਂ ਲਗਾਉਂਦੀ ਹਾਂਜੀ। ਹੈ? ਹੋਏ ਹੋਏ, ਤੁਸੀਂ ਵੇਖ ਸਕਦੇ ਹੋ ਭੈਣ ਦੇ ਹਾਲਾਤ ਇੰਨੇ ਕੁ ਇਸ ਟਾਈਮ ਜਿਹੜੇ ਨੇ ਨਾ ਨਾਜ਼ੁਕ ਚੱਲ ਰਹੇ ਨੇ ਕਿ ਖਾਣ ਬੱਚੀ ਦਾ ਪੀਣ ਵੀ ਮੈਂ ਵਾਸਤੇ ਕੁਛ ਜਹੇਜ ਨਹੀਂ। ਤੋਂ ਨਹੀਂ ਸ਼ਾਦੀ ਕਰਨ ਡਈ ਹੈਗੀ। ਇੱਕ ਬੱਚੀ ਜਵਾਨ ਹੈ ਤੇ ਉਹਦੀ ਸ਼ਾਦੀ ਕਰਨੀ ਹੈ ਤੇ ਕੁਛ ਬਣਾਇਆ ਵੀ ਹੈ ਜਾਂ ਨਹੀਂ? ਕੋਈ ਰਿਸ਼ਤਾ ਰੁਸ਼ਤਾ ਵੇਖਿਆ? ਮੈਂ ਰਿਸ਼ਤਾ ਕੋਈ ਨਹੀਂ। ਅਜੇ ਨਹੀਂ ਵੇਖਿਆ ਕਿਉਂਕਿ ਤੁਹਾਡੇ ਆਪਣੇ ਹਜੇ ਘਰ ਦੇ ਹਾਲਾਤ ਸੈੱਟ ਨਹੀਂ ਨੇ, ਤੇ ਜ਼ਾਹਿਰ ਹੈ ਜਦੋਂ ਤੁਸੀਂ
ਕਿਸੇ ਹੋਰ ਫੈਮਿਲੀ ਦੇ ਨਾਲ ਰਿਸ਼ਤਾ ਜੋੜੋਗੇ, ਉਹਨਾਂ ਨੇ ਆਣਾ ਜਾਣਾ, ਉਹਨਾਂ ਨੂੰ ਕਿੱਥੋਂ ਖਵਾਉਣਾ ਹੈ, ਫਿਰ ਹਾਂਜੀ ਬੱਚੀ ਦਾ ਜਹੇਜ਼ ਕਿੱਥੋਂ ਬਣਾਉਣਾ ਹੈ। ਤੇ ਹਾਂਜੀ ਇਹ ਚੀਜ਼ਾਂ ਜਿਹੜੀਆਂ ਨੇ ਜ਼ਾਹਿਰ ਹੈ ਪਹਿਲਾਂ ਇਨਸਾਨ ਸੋਚਦਾ ਹੈ। ਤੇ ਬਾਕੀ ਹੋਰ ਬਾਜੀ ਤੁਸੀਂ ਮੈਨੂੰ ਦੱਸੋ ਕਿ ਮੈਂ ਤੁਹਾਨੂੰ ਇਹ ਪੁੱਛਣਾ ਚਾਹ ਰਹੀ ਸਾਂ, ਬਾਕੀ ਘਰ ਦਾ ਸਿਸਟਮ ਸਹੀ ਬਿਲਕੁਲ, ਯਾਨੀ ਕਿ ਹਸਬੈਂਡ ਵੀ ਤੇ ਪੱਠੇ ਤੇ ਕੰਮ ਕਰਦਾ ਹੈ, ਹਾਂਜੀ ਤੇ ਤੁਸੀਂ ਖੁਦ ਵੀ ਜਿਹੜੀ ਸੈਲਰੀ ਆਂਦੀ ਏ, ਇਹਦੇ ਵਿੱਚ ਬੇਟੀਆਂ ਨੂੰ ਪੜਾ ਹਾਂ ਪੜਾਉਂਦੇ ਪੜੂੰਦੇ, ਉਹਨਾਂ ਨੇ ਦੱਸਿਆ ਕਿ 3 ਘਰਾਂ ਦਾ ਮੈਂ ਕੰਮ ਕਰਨੀ ਔਰ 3-3 ਹਜ਼ਾਰ ਰੁਪਇਆ ਮੈਨੂੰ ਦਿੰਦੇ ਨੇ, ਹਾਂਜੀ 3-3 ਹਜ਼ਾਰ ਰੁਪਏ, ਹਾਂਜੀ ਤਿੰਨ ਤੇ ਤਿੰਨ ਹਜ਼ਾਰ 9,000 ਰੁਪਇਆ ਹੋ ਗਿਆ। ਹਾਂਜੀ ਅੱਛਾ, ਕਾਫੀ ਦੂਰੋਂ ਤੁਸੀਂ ਜਿਹੜਾ ਨਾ ਟੁਰਦੇ ਆ ਰਹੇ ਸੋ, ਹਾਂਜੀ ਕਾਫੀ ਦੂਰੋਂ ਆਏ ਹੋ, ਤੇ ਉਹ ਤੇ ਕੋਈ ਰਿਕਸ਼ਾ ਰੁਕਸ਼ਾ ਨਹੀਂ ਲਗਵਾਇਆ? ਨਹੀਂ ਤੁਰ ਕੇ ਹੀ ਜਾਈਦਾ ਤੁਰ ਤੇ ਕੇ ਹੀ ਤੁਰ ਕੇ ਕਿਉਂ? ਪੈਸੇ ਕੋਈ ਨਹੀਂ, ਕਿਰਾਇਆ ਕੋਈ ਹਾਂਜੀ ਨਹੀਂ? ਕੋਈ ਪੈਸੇ ਨਹੀਂ ਹੈ ਇਸ ਕਰਕੇ ਫਿਰ ਕਾਹਦੇ ਨਾਲ ਜਾਣਾ ਵਾ 200 ਰੁਪਇਆ ਅਗਲੇ ਮੰਗਦੇ ਕਰਾਇਆ ਹਾਂ ਕਾਫੀ ਦੂਰ ਏ, ਤੇ ਹਾਂਜੀ ਤੁਸੀਂ ਵੇਖੋ ਕਿ ਤਾਂ ਕਿ ਰੋਜ਼ਾ ਇਹਨਾਂ ਨੇ ਨਾਲੇ ਰੋਜ਼ਾ ਰੱਖਿਆ ਔਰ ਇੰਨੀ ਦੂਰੋਂ ਟੁਰ ਕੇ ਆਈਆਂ ਨੇ, ਗਰਮੀ ਇੰਨੀ ਜ਼ਿਆਦਾ ਹੈ ਬਾਹਰ, ਤੇ ਕਹਿੰਦੇ ਨੇ ਕਿ 200 ਰੁਪਇਆ ਉੱਥੋਂ ਰਿਕਸ਼ਾ ਇੱਥੇ ਆਉਣ ਦਾ ਲੈਂਦਾ, ਸਿਰਫ ਆਉਣ ਦਾ ਹੀ ਕਿਉਂ? ਲੈਂਦਾ ਹਾਂ ਜਾਣਾ ਵੀ ਅੱਛਾ, ਇੱਕ ਸਾਈਡ ਦਾ, ਇੱਕ ਸ਼ਹਿਰ ਦਾ ਸਿਰਫ ਆਉਣ ਦਾ ਜਾਂ ਚੱਲ ਜਾਓ ਜਾ ਜਾਓ ਔਰ ਲੱਤ ਤੇ ਫੋੜਾ ਵੀ ਨਿਕਲਿਆ ਹੈ। ਹਾਂਜੀ ਕੰਮ ਵੀ ਕੋਈ ਨਹੀਂ ਹੁੰਦਾ, ਲੇਕਿਨ ਬਹੁਤ ਮੁਸ਼ਕਲ ਜਿਹੜਾ ਨਾ ਆਪਣਾ ਘਰ ਚਲਾਉਣ ਵਾਸਤੇ ਨਾ ਬਸ ਤੁਰੇ ਨੇ। ਤੇ ਬਾਕੀ ਮੈਨੂੰ ਇਹ ਤੁਸੀਂ ਦੱਸੋ, ਹੁਣ ਜਿਸ ਤਰ੍ਹਾਂ ਈਦ ਆ ਰਹੀ ਹੈ ਤੇ ਬੱਚਿਆਂ ਵਾਸਤੇ ਕੋਈ ਕੱਪੜੇ ਸ਼ੱਪੜੇ ਲਏ ਨੇ? ਨਹੀਂ ਅਜੇ ਕੁਝ ਵੀ ਨਹੀਂ ਲਿਆ? ਨਹੀਂ ਤੇ ਕਦੋਂ ਕੁ ਤਨਖਾਹ ਮਿਲਣੀ? ਹੋਏ ਤੇ ਪਹਿਲੀ ਤਾਂ ਮਿਲਣੀ ਆ, ਹਮ ਇੱਕ ਦੋ ਕੋ ਪੁੱਛਿਆ ਸੀ ਅੱਜ, ਉਹਨਾਂ ਨੇ ਕਿਹਾ ਨਹੀਂ ਤੇ ਪੈਸੇ ਨਹੀਂ ਈਦ ਹਜੇ ਵਾਸਤੇ ਦੇਣੇ। ਕੋਈ ਹਜੇ ਕੋਈ ਇੰਤਜ਼ਾਮ ਨਹੀਂ, ਕੁਝ ਖਾਣ ਪੀਣ ਨਹੀਂ ਵਾਸਤੇ ਜਾਂ ਕੋਈ ਇੰਤਜ਼ਾਮ ਨਹੀਂ ਕਿਸੇ ਕਿਸਮ ਦਾ ਵੀ ਤਾਂ ਸਾਡੇ ਵੇਖਣ ਵਾਲਿਆਂ ਅੱਗੇ ਅੱਗੇ ਮੈਂ ਰਿਕਵੈਸਟ ਕਰਨੀ ਆ ਕਿ ਤੁਸੀਂ ਮੇਰੀ ਭੈਣ ਦੀ ਗੱਲ ਸੁਣੋ। ਇਸ ਟਾਈਮ ਇਹ ਫੈਮਿਲੀ ਇੰਨੀ ਕੁ ਪਰੇਸ਼ਾਨ ਹੈ ਕਿ ਤੁਹਾਨੂੰ ਪਤਾ ਹੈ ਕਿ ਇਹ ਕੁਝ ਦਿਨਾਂ ਬਾਅਦ ਈਦ ਆਉਣ ਵਾਲੀ ਹੈ, ਤੇ ਈਦ ਵਾਸਤੇ ਇਸ ਭੈਣ ਦੀ ਅਗਰ ਕੋਈ ਮਦਦ ਕਰ ਸਕਦਾ ਹੈ, ਇਹ ਭੈਣ ਨੂੰ ਤੁਸੀਂ ਖੁਦ ਵੇਖ ਸਕਦੇ ਹੋ ਕਿ ਇਸ ਟਾਈਮ ਬਹੁਤ ਪਰੇਸ਼ਾਨ ਹੈ, ਮਜਬੂਰ ਹੈ, ਬੱਚੀ ਸਿਲਾਈ ਸਿੱਖਦੀ ਹੈ, ਉਹਦੇ ਵਾਸਤੇ ਵੀ ਤੁਸੀਂ ਦੱਸੋ ਮਸ਼ੀਨ ਵਗੈਰਾ ਹੈ ਵੀ ਤੁਹਾਡੇ ਕੋਲ? ਸਿਲਾਈ ਜਿੱਥੇ ਸਿੱਖਦੀ ਉਹਨਾਂ ਨੇ ਦਿੱਤੀ ਮਸ਼ੀਨ ਯਾਨੀ ਕਿ ਆਪਣੀ ਕੋਈ ਨਹੀਂ, ਜ਼ਾਤੀ ਕੋਈ ਨਹੀਂ। ਹਾਂਜੀ ਅਗਰ ਤੁਸੀਂ ਕੋਈ ਬੇਟੀ ਵਾਸਤੇ ਕੁਝ ਹੈਲਪ ਕਰਨਾ ਚਾਹੁੰਦੇ ਹੋ, ਜਹੇਜ਼ ਦੀ ਸੂਰਤ 'ਚ ਉਹਨਾਂ ਨੂੰ ਜ਼ਰੂਰਤ ਹੈ ਕਿ ਅਸੀਂ ਬੇਟੀ ਦੀ ਸ਼ਾਦੀ ਕਰਨੀ ਹੈ, ਉਹਦੇ ਵਾਸਤੇ ਇਹਨਾਂ ਨੂੰ ਮਦਦ ਦੀ ਜ਼ਰੂਰਤ ਹੈ। ਇਹਨਾਂ ਦਾ ਘਰ ਤੁਸੀਂ ਸਾਰਾ ਵੇਖ ਲਿਆ ਕਿ ਇਹਨਾਂ ਨੂੰ ਬਹੁਤ ਹੀ ਜ਼ਿਆਦਾ ਇਸ ਟਾਈਮ ਪਰੇਸ਼ਾਨ ਨੇ। ਔਰ ਬਾਜੀ ਤੁਸੀਂ ਦੱਸੋ ਕਿ ਈਦ ਵਾਸਤੇ ਤੁਹਾਨੂੰ ਕਿਹੜੀ-ਕਿਹੜੀ ਚੀਜ਼ ਦੀ ਜ਼ਰੂਰਤ ਹੈ? ਸਾਡੇ ਬਹੁਤ ਸਖੀ ਦਿਲ ਭਰਾ ਬਾਹਰ ਬੈਠੇ ਨੇ, ਓਵਰਸੀਜ਼ ਜਿਹੜੇ ਨੇ ਉਹ ਬਹੁਤ ਮਦਦ ਕਰਦੇ ਨੇ, ਕਾਫੀ ਐਸੇ ਲੋਕਾਂ ਦੀ ਉਹਨਾਂ ਨੇ ਮਦਦ ਕੀਤੀ ਵੀ ਹੈ, ਹਰ ਸੂਰਤ 'ਚ ਪੈਸਿਆਂ ਦੀ, ਰਾਸ਼ਨ ਦੀ, ਬਾਕੀ ਚੀਜ਼ਾਂ ਦੀ ਸੂਰਤ 'ਚ ਉਹਨਾਂ ਨੇ ਮਦਦ ਕੀਤੀ ਹੈ। ਤੇ ਮੈਂ ਇਹਨਾਂ ਅੱਗੇ ਰਿਕਵੈਸਟ ਕਰਾਂਗੀ ਕਿ ਮੇਰੀ ਭੈਣ ਜੋ ਕਹਿੰਦੀ ਹੈ ਇਹਨਾਂ ਦੀ ਮਦਦ ਕੀਤੀ ਜਾਏ, ਜ਼ਿਆਦਾ ਤੋਂ ਜ਼ਿਆਦਾ ਇਹਨਾਂ ਦੀ ਮਦਦ ਕਰੋ। ਅਤੇ ਬਾਜੀ ਤੁਸੀਂ ਦੱਸੋ ਕਿਹੜੀ ਚੀਜ਼ ਦੀ ਇਸ ਟਾਈਮ ਤੁਹਾਨੂੰ ਜ਼ਰੂਰਤ ਹੈ? ਜੋ ਤੁਸੀਂ ਖੁਸ਼ੀ ਨਾਲ ਦਿਓ ਅਸੀਂ ਨਹੀਂ ਕੁਝ ਕਹਿ ਉਹ ਸਕਦੇ ਅਸੀਂ ਨਹੀਂ ਜੋ ਦੇਣਾ, ਤੁਸੀਂ ਉਸ ਮਾਲਕ ਨੇ ਦੇਣਾ ਹੈ, ਔਰ ਜੋ ਸਾਡੇ ਭਾਈ ਜਿਹੜੇ ਖੁਸ਼ੀ ਨਾਲ ਭਰਾ ਦੇ ਨੇ ਤੇ ਭੈਣ ਭਰਾ ਸਾਡੇ ਬਾਹਰ ਦੇ ਮੁਲਕਾਂ 'ਚ ਬੈਠੇ ਨੇ, ਹਾਂਜੀ ਉਹਨਾਂ ਨੇ ਦੇਣਾ ਹੈ, ਤੇ ਤੁਸੀਂ ਉਹਨਾਂ ਅੱਗੇ ਜਿਹੜਾ ਨਾ ਆਪਣੀ ਰਿਕਵੈਸਟ ਰੱਖਣੀ, ਆਪਣੀ ਉਹ ਅਪੀਲ ਰੱਖਣੀ। ਉਹਨਾਂ ਦੇ ਦਿਲ 'ਚ ਆ ਉਹ ਕਰ ਸਕਦੇ ਨੇ, ਅਸੀਂ ਤੇ ਕਹਿ ਸਕਦੇ ਹਾਂ ਕਿ ਮੈਨੂੰ ਬੱਚੀ ਦੀ ਬਹੁਤ ਟੈਨਸ਼ਨ ਆ ਤੇ ਬੱਚੀ ਦੀ ਬਸ ਸਹੀ ਹੈ ਮੇਰਾ ਹਮ, ਮੁੰਡਾ ਜਿਹੜਾ ਮੇਰਾ ਸਾਥ ਦੇ। ਚਲੋ ਮੇਰੀ ਭੈਣ, ਤੁਸੀਂ ਪਰੇਸ਼ਾਨ ਨਾ ਹੋਵੋ, ਬਸ ਮਾਲਿਕ ਸਭ ਬਿਹਤਰ ਕਰੇਗਾ। ਜਿਸ ਤਰ੍ਹਾਂ ਤੁਸੀਂ ਵੇਖ ਸਕਦੇ ਹੋ ਕਿ ਭੈਣ ਇਸ ਟਾਈਮ ਉਹੀ ਰੋਂਦਾ ਹੈ, ਉਹਦੀ ਹੀ ਅੱਖਾਂ ਚੋਂ ਆਂਸੂ ਨਿਕਲਦੇ ਨੇ ਕਿ ਜਿਹੜਾ ਵਾਕਈ ਅੰਦਰੋਂ ਪਰੇਸ਼ਾਨ ਹੁੰਦਾ ਹੈ, ਔਰ ਜਿਹਦੇ ਵਾਕਈ ਇਹ ਵਕਤ ਗੁਜ਼ਰਿਆ ਹੁੰਦਾ ਹੈ ਨਾ, ਉਹਨੂੰ ਪਤਾ ਹੁੰਦਾ ਹੈ। ਉਹਦਾ ਹਸਬੈਂਡ ਹੈ, ਉਹ ਇੰਨਾ ਉਹਦੇ ਤੇ ਤਸ਼ੱਦਦ ਕਰਦਾ, ਮਾਰਦਾ ਕੁੱਟਦਾ ਹੈ, ਵਿਚਾਰੀ ਫੇਰ ਵੀ ਲੱਤ ਤੇ ਫੋੜਾ ਔਰ ਬਿਮਾਰ ਹੈ, ਔਰ ਆਪਣੀ ਜਵਾਨ ਬੇਟੀ ਨੂੰ ਲੈ ਕੇ ਤੇ ਲੋਕਾਂ ਦੇ ਘਰਾਂ 'ਚ ਕੰਮ ਕਰਦੀ ਹੈ। ਤੇ ਮੈਂ ਇਹੀ ਤੁਹਾਡੇ ਅੱਗੇ ਰਿਕੁਐਸਟ ਕਰਾਂਗੀ ਕਿ ਤੁਸੀਂ, ਮੇਰੀ ਭੈਣ ਨੇ ਰੋਣਾ ਨਹੀਂ, ਅੱਲਾ ਸਭ ਬਿਹਤਰ ਕਰੇਗਾ, ਠੀਕ ਹੈ? ਤੇ ਤੁਸੀਂ ਪਰੇਸ਼ਾਨ ਨਾ ਹੋਵੋ, ਅਸੀਂ ਜਲਦ ਤੋਂ ਜਲਦ ਅਸੀਂ ਕੋਸ਼ਿਸ਼ ਕਰਾਂਗੇ, ਔਰ ਮੇਰਾ ਕੋਈ ਵੀ ਭੈਣ ਭਰਾ ਅਗਰ ਬਾਜੀ ਦੀ ਮਦਦ ਕਰ ਸਕਦਾ ਹੈ, ਇਹਨਾਂ ਦੇ ਬੱਚਿਆਂ ਦੀ ਮਦਦ ਕਰ ਸਕਦਾ ਹੈ, ਈਦ ਹੈ ਤੇ ਈਦ ਤੇ ਤੁਸੀਂ ਸਮਝ ਸਕਦੇ ਹੋ ਕਿ ਬੱਚਿਆਂ ਨੇ ਤੇ ਮੰਗਣਾ ਹੀ ਮੰਗਣਾ, ਉਹਨਾਂ ਨੂੰ ਨਹੀਂ ਪਤਾ ਮਾਂ ਬਾਪ ਨੇ ਕਿੱਥੋਂ ਲਿਆ ਕੇ ਦੇਣਾ, ਲੇਕਿਨ ਬੱਚਿਆਂ ਨੇ ਦੂਸਰੇ ਬੱਚਿਆਂ ਨੂੰ ਵੇਖ ਕੇ ਉਹਨਾਂ ਨੂੰ ਇਹੀ ਹੁੰਦਾ ਹੈ ਕਿ ਅਸੀਂ ਵੀ ਈਦ ਤੇ ਅੱਛਾ ਕੱਪੜਾ ਪਾਈਏ, ਅਸੀਂ ਵੀ ਅੱਛੇ ਖਾਣੇ ਘਰ ਸਾਡੇ ਪੱਕੇ ਹੋਣ, ਅਸੀਂ ਖਾਈਏ। ਤੇ ਬਾਜੀ ਤੁਸੀਂ ਪਰੇਸ਼ਾਨ ਨਹੀਂ ਹੋਣਾ, ਅੱਲਾ ਸਭ ਬਿਹਤਰ ਕਰੇਗਾ। ਔਰ ਬਾਕੀ ਅਸੀਂ ਜਿਹੜਾ ਨਾ ਨੰਬਰ ਨੀਚੇ ਲਗਾ ਦਾਂਗੇ, ਉਹ ਸਾਡਾ ਜੈਸ ਕੈਸ਼ ਦਾ ਨੰਬਰ ਹੈ, ਤੁਸੀਂ ਕੋਈ ਵੀ ਮਦਦ ਕਰਨਾ ਚਾਹੁੰਦੇ ਹੋ ਸਾਨੂੰ ਜੈਸ ਕੈਸ਼ ਦੇ ਜ਼ਰੀਏ ਮਦਦ ਕਰ ਸਕਦੇ ਹੋ, ਰਾਬਤਾ ਨੰਬਰ ਵੀ ਉਹੀ ਹੈ, ਉਹਦੇ ਤੇ ਸਾਨੂੰ ਤੁਸੀਂ ਕਾਲ ਕਰ ਸਕਦੇ ਹੋ। ਜੋ ਵੀ ਇਸ ਫੈਮਿਲੀ ਦੀ ਮਦਦ ਕਰਨਾ ਚਾਹੁੰਦਾ ਅਸੀਂ ਇਹ ਭੈਣ ਤੱਕ ਪਹੁੰਚਾਵਾਂਗੇ, ਔਰ ਤੁਹਾਡਾ ਸ਼ੁਕਰੀਆ ਅਦਾ ਭੈਣ ਖੁਦ ਆਪਣੇ ਮੂੰਹ ਨਾਲ ਕਰੇਗੀ। ਬਹੁਤ ਸ਼ੁਕਰੀਆ। ਹੋਰ ਇਸ ਤੋਂ ਇਲਾਵਾ ਮੇਰੀ ਭੈਣ ਨੂੰ ਕਿਸੇ ਚੀਜ਼ ਦੀ ਜ਼ਰੂਰਤ ਹੈ? ਜੋ ਤੁਸੀਂ ਕਹੋ ਖੁਸ਼ੀ ਨਾਲ ਦੇ ਸਕੋ, ਅਸੀਂ ਨਹੀਂ ਕੁਝ ਕਹਿ ਸਕਦੇ।
ਬਸ ਗਰੀਬ ਬੰਦੇ ਹਾਂਜੀ ਨੂੰ ਤੇ ਬਸ ਇਹ ਹੁੰਦਾ ਹੈ ਕਿ ਅਸੀਂ ਆਪਣੇ ਘਰ ਸੁੱਖ ਨਾਲ ਬਹਿ ਕੇ ਖਾ ਸਕੀਏ। ਇਸ ਤੋਂ ਹਾਂਜੀ ਇਲਾਵਾ ਉਹਨਾਂ ਨੂੰ ਕੋਈ ਵੱਡੀਆਂ-ਵੱਡੀਆਂ ਚੀਜ਼ਾਂ ਦੀ ਜ਼ਰੂਰਤ ਨਹੀਂ ਹੁੰਦੀ ਹਾਂਜੀ ਤੇ ਅੱਲਾਹ ਸਭ ਬਿਹਤਰ ਕਰੇਗਾ। ਜ਼ਰੂਰ ਕੋਈ ਨਾ ਕੋਈ ਤੁਹਾਡੇ ਵਾਸਤੇ ਆਪਣੀ ਮੁੱਠੀ ਨੂੰ ਖੋਲੇਗਾ। ਸਹੀ ਠੀਕ ਹੈ? ਮਿਹਰਬਾਨੀ ਮਿਹਰਬਾਨੀ ਤੁਸੀਂ ਵੀ ਤੁਹਾਡਾ ਵੀ ਬਹੁਤ ਸ਼ੁਕਰੀਆ ਕਿ ਤੁਸੀਂ ਸਾਨੂੰ ਇੰਨਾ ਟਾਈਮ ਦਿੱਤਾ ਔਰ ਵਾक़ਈ ਮੈਂ ਸਮਝ ਸਕਦੀ ਹਾਂ ਕਿ ਇਹ ਫੈਮਿਲੀ ਵਾक़ਈ ਜ਼ਰੂਰਤਮੰਦ ਹੈ ਤੇ ਜਲਦ ਤੋਂ ਜਲਦ ਸਾਡੇ ਨਾਲ ਰਾਬਤਾ ਕਰੋ। ਅੱਲਾਹ ਹਾਫ਼ਿਜ਼।